Hello everyone, welcome to my channel Victor's Knowledge. This is Chinu Sharma and today we are going to talk about a very important topic from constitutional law ਜਿਹਨੂੰ ਆਪਾਂ ਪੋਲਿਟੀ ਸਬਜੈਕਟ ਵੀ ਕਹਿ ਦਿੰਦੇ ਹਾਂ। ਸੋ ਇਹਦੇ ਅੰਦਰ ਅੱਜ ਆਪਾਂ MCQs ਦੀ ਫਾਰਮ ਦੇ ਵਿੱਚ ਆਪਣਾ ਇੱਕ ਇੰਪੋਰਟੈਂਟ ਟੌਪਿਕ ਤਿਆਰ ਕਰ ਲਾਂਗੇ ਤੇ ਜਿਹੜਾ ਇਹ ਟੌਪਿਕ ਹੈ ਇਹ ਸਬ ਇੰਸਪੈਕਟਰ ਐਗਜ਼ਾਮ ਦੇ ਵਿੱਚ ਸਪੈਸੀਫਿਕਲੀ ਅਲੱਗ ਤੋਂ ਦਿੱਤਾ ਹੋਇਆ ਹੈ ਤੇ ਨਾਲ ਹੀ ਹੋਰ ਜਿੰਨੇ ਵੀ ਐਗਜ਼ਾਮ ਨੇ ਚਾਹੇ ਉਹ ਪੰਜਾਬ ਪਟਵਾਰੀ ਦਾ ਹੈ ਨਾਇਬ ਤਹਿਸੀਲਦਾਰ ਦਾ ਹੈ ਐਕਸਾਈਜ਼ ਪ੍ਰਮੋਸ਼ਨ ਆਫਿਸਰ ਹੈ ਕੋਈ ਵੀ ਐਗਜ਼ਾਮ ਹੈ ਹਰ ਕਿਸੇ ਦਾ ਇਹ ਇੱਕ ਇੰਪੋਰਟੈਂਟ ਪਾਰਟ ਹੈ ਸੋ ਆਪਾਂ ਇਸ ਟੌਪਿਕ ਨੂੰ ਮਿਸ ਨਹੀਂ ਕਰ ਸਕਦੇ ਸੋ ਇਹ ਬਹੁਤ ਹੀ ਮੈਂ ਤੁਹਾਨੂੰ ਆਸਾਨ ਤਰੀਕੇ ਦੇ ਨਾਲ MCQ ਦੀ ਫਾਰਮ ਦੇ ਵਿੱਚ ਜਿੰਨੇ ਵੀ ਮੇਨ ਕੁਐਸਚਨ ਬਣਦੇ ਨੇ ਉਹ ਸਾਰੇ ਤਿਆਰ ਕਰਵਾਉਂਗੀ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ So before beginning with the topic, I want to share a very important information with you guys. So Race Academy Official ਇਹਨਾਂ ਦਾ ਇੱਕ ਐਪ ਹੈ ਜਿਹਦੇ ਉੱਤੇ ਦੋ ਬਹੁਤ ਇੰਪੋਰਟੈਂਟ ਕੋਰਸਿਸ ਚੱਲ ਰਹੇ ਨੇ ਇੱਕ ਜੇ ਤੁਸੀਂ ਅਲੱਗ ਤੋਂ ਇੰਡੀਅਨ ਇਕਨੋਮੀ ਟੈਕਸੇਸ਼ਨ ਸਬਜੈਕਟ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਉੱਥੇ ਟੈਕਸੇਸ਼ਨ ਸਬਜੈਕਟ ਪੜ੍ਹਾ ਰਹੀ ਹਾਂ ਤੇ ਇਹਦਾ ਕੋਰਸ ਹੈ ਅਲੱਗ ਤੋਂ ਜਾਂ ਜੇ ਤੁਸੀਂ ਪੂਰਾ ਐਕਸਾਈਜ਼ ਇੰਸਪੈਕਟਰ ਜਿਹੜਾ ਇੰਡਸਟਰੀਅਲ ਪ੍ਰਮੋਸ਼ਨ ਦਾ ਅਪਕਮਿੰਗ ਬਹੁਤ ਹੀ ਇੰਪੋਰਟੈਂਟ ਐਗਜ਼ਾਮ ਆਉਣ ਵਾਲਾ ਹੈ ਪੰਜਾਬ ਦਾ SSB ਬੋਰਡ ਦੇ ਦੁਆਰਾ ਜਿਹੜਾ ਕੰਡਕਟ ਕਰਵਾਇਆ ਜਾਊ ਸੋ ਇਸ ਐਗਜ਼ਾਮ ਨੂੰ ਲੈ ਕੇ ਹਰ ਤਰ੍ਹਾਂ ਦਾ ਇੰਪੋਰਟੈਂਟ ਕੰਟੈਂਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੇਟ ਦੇ ਵਿੱਚ ਇਸ ਅਕੈਡਮੀ ਦੇ ਦੁਆਰਾ ਕਰਵਾਇਆ ਜਾ ਰਿਹਾ ਹੈ ਸੋ ਤੁਸੀਂ ਕੀ ਕਰਨਾ ਹੈ ਰੇਸ ਅਕੈਡਮੀ ਆਫੀਸ਼ੀਅਲ ਇਹਨਾਂ ਦਾ ਐਪ ਹੈ ਉਹਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਨਾ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਐਪ ਖੋਲੋਗੇ ਤਾਂ ਉਹਨਾਂ ਦੇ ਸਟੋਰ ਵਿੱਚ ਜਾ ਕੇ ਤੁਹਾਨੂੰ ਇਹ ਦੋ ਕੋਰਸਿਸ ਦਿਖਣਗੇ ਸੋ ਤੁਸੀਂ ਇਹਨਾਂ ਦਾ ਪ੍ਰਾਈਸ ਚੈੱਕ ਕਰ ਸਕਦੇ ਹੋ ਤੇ ਜਿਹੜਾ ਵੀ ਤੁਹਾਨੂੰ ਕੋਰਸ ਸੂਟੇਬਲ ਲੱਗਦਾ ਹੈ ਤੁਸੀਂ ਉਹਦੇ ਵਿੱਚ ਖੁਦ ਨੂੰ ਇਨਵੋਲਵ ਕਰੋ ਨਾਲ ਹੀ ਜੇ ਤੁਸੀਂ ਪੰਜਾਬੀ ਦੇ ਵਿੱਚ ਡੇਲੀ ਕਰੰਟ ਅਫੇਅਰ ਕਰਨਾ ਚਾਹੁੰਦੇ ਹੋ ਤਾਂ ਮੈਂ ਡੇਲੀ ਮਾਰਨਿੰਗ ਦੇ ਵਿੱਚ ਇਹਨਾਂ ਦਾ ਜਿਹੜਾ YouTube ਚੈਨਲ ਹੈ ਰੇਸ ਅਕੈਡਮੀ ਆਫੀਸ਼ੀਅਲ ਦੇ YouTube ਚੈਨਲ ਦੇ ਉੱਤੇ ਡੇਲੀ ਕਰੰਟ ਅਫੇਅਰਸ ਵੀ ਕਰਵਾਉਣੀ ਹੈ ਸੋ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੁਣ ਆਪਾਂ MCQ ਸਟਾਰਟ ਕਰਨ ਤੋਂ ਪਹਿਲਾਂ ਇੱਕ ਜਨਰਲ ਆਈਡੀਆ ਲੈ ਲੈਣੇ ਇੱਕ ਸਟਰਕਚਰ ਦੇਖ ਲੈਂਦੇ ਆ ਜਿਹਦੇ ਨਾਲ ਆਪਾਂ ਨੂੰ MCQ ਸੋਲਵ ਕਰਨ ਦੇ ਵਿੱਚ ਇੱਕ ਹੈਲਪ ਮਿਲੂਗੀ ਕਿ ਐਗਜ਼ੀਕਿਊਟਿਵ ਹੈ ਕੀ ਸੋ ਐਗਜ਼ੀਕਿਊਟਿਵ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜਿਹੜਾ ਕਾਰਜਕਾਰੀ ਦਾ ਜਿਹੜਾ ਵਿਭਾਗ ਹੈ ਉਹਨੂੰ ਆਪਾਂ ਐਗਜ਼ੀਕਿਊਟਿਵ ਕਹਿੰਦੇ ਆ ਸੋ ਇਹ ਦੋ ਤਰ੍ਹਾਂ ਦਾ ਹੈ ਯੂਨੀਅਨ ਉੱਪਰਲੀ ਜਿਹੜੀ ਆਪਣੀ ਮੇਨ ਇੰਡੀਆ ਲੈਵਲ ਦੀ ਸਰਕਾਰ ਹੈ ਤੇ ਜਿਹੜੀ ਆਪਣੀ ਨੀਚੇ ਸਟੇਟ ਲੈਵਲ ਦੀ ਸਰਕਾਰ ਹੈ ਉਹਨੂੰ ਆਪਾਂ ਸਟੇਟ ਕਹਿੰਦੇ ਆ ਇਹਦੇ ਅੰਦਰ ਸੋ ਯੂਨੀਅਨ ਦੀ ਗੱਲ 5th ਪਾਰਟ ਵਿੱਚ ਕੀਤੀ ਗਈ ਹੈ ਚੈਪਟਰ 1 ਚ ਸਟੇਟ ਦੀ ਗੱਲ ਕਨਸਟੀਟਿਊਸ਼ਨ ਦੇ ਆਪਣੇ ਸੰਵਿਧਾਨ ਦੇ 6ਵੇਂ ਪਾਰਟ ਚੈਪਟਰ 2 ਦੇ ਵਿੱਚ ਕੀਤੀ ਗਈ ਹੈ ਸੋ ਆਪਾਂ ਨੇ ਜਦੋਂ ਕੋਈ ਵੀ ਟੌਪਿਕ ਕਰਨਾ ਹੈ ਕਨਸਟੀਟਿਊਸ਼ਨ ਲਾਅ ਚੋਂ ਤਾਂ ਆਪਾਂ ਨੇ ਨਾ ਤਾਂ ਆਰਟੀਕਲਸ ਮਿਸ ਕਰਨੇ ਨੇ ਨਾ ਹੀ ਚੈਪਟਰ ਤੇ ਪਾਰਟਸ ਕਿਉਂਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਦੇਖਿਆ ਗਿਆ ਕਿ ਸਿੱਧਾ ਉਹ ਚੈਪਟਰ ਜਾਂ ਪਾਰਟ ਪੁੱਛ ਲੈਂਦੇ ਨੇ ਕਿ ਕਿਹੜੇ ਪਾਰਟ ਵਿੱਚ ਕਨਸਟੀਟਿਊਸ਼ਨ ਦੇ ਯੂਨੀਅਨ ਐਗਜ਼ੀਕਿਊਟਿਵ ਹੈ ਕਿਹੜੇ ਵਿੱਚ ਸਟੇਟ ਐਗਜ਼ੀਕਿਊਟਿਵ ਹੈ ਸੋ ਆਪਾਂ ਨੂੰ ਜਦੋਂ ਆਪਾਂ ਕਨਸਟੀਟਿਊਸ਼ਨ ਲਾਅ ਦੀ ਤਿਆਰੀ ਕਰਦੇ ਹਾਂ ਉਸ ਟਾਈਮ ਦਾ ਇਹ ਲੱਗਦਾ ਵੀ ਆਪਾਂ ਨੂੰ ਆਉਂਦਾ ਸਾਰਾ ਕੁਝ ਆਉਂਦਾ ਪਰ ਇਦਾਂ ਦੇ ਕੁਐਸਚਨਸ ਆਪਾਂ ਦਿਮਾਗ ਵਿੱਚ ਨਹੀਂ ਤਿਆਰ ਕਰਦੇ ਸੋ ਆਪਾਂ ਨੇ ਹਰ ਤਰ੍ਹਾਂ ਦੇ ਨਾਲ ਹਰ ਟੌਪਿਕ ਤੋਂ ਬਰੀਕੀ ਦੇ ਵਿੱਚ ਜਾ ਕੇ ਆਪਾਂ ਨੂੰ ਐਗਜ਼ਾਮ ਦੇ ਲਈ ਪੂਰੀ ਤਰ੍ਹਾਂ ਆਪਣੇ ਦਿਮਾਗ ਨੂੰ ਪ੍ਰਿਪੇਅਰ ਰੱਖਣਾ ਚਾਹੀਦਾ ਹੈ ਸੋ ਹੁਣ ਆਪਾਂ ਦੇਖਦੇ ਹਾਂ ਕਿ ਯੂਨੀਅਨ ਦੇ ਅੰਦਰ ਕੌਣ ਆਉਂਦੇ ਆ ਸੋ ਯੂਨੀਅਨ ਦੇ ਅੰਦਰ ਮੇਨ 4 ਆਫੀਸ਼ੀਅਲਸ ਆਉਂਦੇ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕਾਉਂਸਲ ਆਫ ਮਿਨਿਸਟਰ ਤੇ ਅਟਾਰਨੀ ਜਨਰਲ ਆਫ ਇੰਡੀਆ ਸੋ ਜਿਹੜੇ ਮੈਂ ਨਾਲੇ ਆਰਟੀਕਲਸ ਲਿਖੇ ਨੇ ਇਹ ਸਾਰੇ ਆਰਟੀਕਲਸ ਇਹਨਾਂ ਨਾਲ ਡੀਲ ਕਰਦੇ ਨੇ ਸਪੈਸ਼ਲੀ ਇਹਨਾਂ ਦੇ ਵਿੱਚ ਸਿਰਫ ਜਿਵੇਂ ਆਰਟੀਕਲ 52 ਤੋਂ 62 ਹੈ 65 ਹੈ 70 ਤੋਂ 73 ਹੈ ਇਹਨਾਂ ਸਾਰਿਆਂ ਦੇ ਵਿੱਚ ਸਿਰਫ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਗਈ ਹੈ ਉਹਦੇ ਪਾਵਰ ਉਹਦੀਆਂ ਕੁਆਲੀਫਿਕੇਸ਼ਨ ਸੋ ਪ੍ਰੈਜ਼ੀਡੈਂਟ ਨਾਲ ਰਿਲੇਟਡ ਇਹ ਆਰਟੀਕਲਸ ਨੇ ਸੋ ਮੈਂ ਅਲੱਗ ਤੋਂ ਇਸ ਲਈ ਲਿਖੇ ਨੇ ਤਾਂ ਕਿ ਤੁਹਾਨੂੰ ਇੱਕ ਕਨਫਿਊਜ਼ਨ ਨਾ ਕ੍ਰੀਏਟ ਹੋਵੇ ਸੋ ਤੁਸੀਂ ਜਦੋਂ ਯਾਦ ਰੱਖੋਗੇ ਕਿ ਪ੍ਰੈਜ਼ੀਡੈਂਟ ਨਾਲ ਰਿਲੇਟਡ ਕਿਹੜੇ ਆਰਟੀਕਲਸ ਨੇ ਤਾਂ ਤੁਸੀਂ ਆਸਾਨੀ ਦੇ ਨਾਲ ਅਲੱਗ ਤੋਂ ਉਹਨਾਂ ਦੇ ਆਰਟੀਕਲਸ ਨੂੰ ਦਿਮਾਗ ਵਿੱਚ ਬਿਠਾ ਲਓ ਸੋ ਜੇ ਤੁਹਾਨੂੰ ਇਹਦੀ PDF ਚਾਹੀਦੀ ਹੈ ਤਾਂ ਤੁਸੀਂ ਮੈਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜੀ ਈਮੇਲ ਮੈਂਸ਼ਨਡ ਹੈ ਉਹਦੇ ਉੱਤੇ ਮੇਲ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਮੇਰਾ ਇੰਸਟਾਗ੍ਰਾਮ ਦਾ ਪੇਜ ਹੈ ਵਿਕਟਰਸ ਨੌਲੇਜ ਨਾਮ ਤੋਂ ਉਹਦੇ ਉੱਤੇ ਜਾ ਕੇ ਉਹਨੂੰ ਫੋਲੋ ਕਰਕੇ ਮੈਨੂੰ ਡਾਇਰੈਕਟ ਮੈਸੇਜ ਵਿੱਚ ਆਪਣੀ ਈਮੇਲ ਆਈਡੀ ਦੱਸ ਦਿਓ ਮੈਂ ਤੁਹਾਨੂੰ ਸਾਰੀਆਂ PDFs free of cost send ਕਰ ਦੂੰਗੀ
ਸੋ ਉਸ ਤੋਂ ਬਾਅਦ ਸਟੇਟ ਦੇ ਅੰਦਰ 3 ਤਰ੍ਹਾਂ ਦੇ ਆਫੀਸਰਸ ਆਉਂਦੇ ਨੇ, ਗਵਰਨਰ, ਚੀਫ ਮਿਨਿਸਟਰ, ਕਾਉਂਸਲ ਆਫ ਮਿਨਿਸਟਰ ਤੇ ਐਡਵੋਕੇਟ ਜਨਰਲ। ਸੋ ਹੁਣ ਆਪਾਂ ਆਪਣੇ MCQ ਸਟਾਰਟ ਕਰਦੇ ਹਾਂ। ਸੋ ਫਰਸਟ ਕੁਐਸਚਨ ਹੈ, in the election of president the value of the vote of the Lok Sabha members। ਸੋ ਜਿਹੜੇ ਲੋਕ ਸਭਾ ਦੇ ਮੈਂਬਰ ਨੇ, ਆਪਾਂ ਨੂੰ ਪਤਾ ਹੈ ਕਿ ਪਾਰਲੀਮੈਂਟ ਵਿੱਚ 2 ਹਾਊਸ ਨੇ, ਰਾਜ ਸਭਾ ਅਪਰ ਹਾਊਸ ਤੇ ਲੋਕ ਸਭਾ ਲੋਅਰ ਹਾਊਸ। ਸੋ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੁੰਦੀ ਹੈ ਤਾਂ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੀ ਜਿਹੜੀ ਵੋਟ ਹੈ ਉਹਦੀ ਕੀ ਵੈਲਿਊ ਹੋਊਗੀ। ਸੋ ਇਹਦਾ ਸਹੀ ਆਨਸਰ ਹੈ C, differ according to number of vote a member represent। ਸੋ ਇਹ ਡਿਪੈਂਡ ਕਰਦਾ ਕਿ ਜਿਹੜਾ ਇੱਕ ਮੈਂਬਰ ਹੈ ਉਹ ਕਿੰਨੀਆਂ ਵੋਟਸ ਰੈਪਰੈਜ਼ੈਂਟ ਕਰਦਾ ਹੈ। ਸੋ ਉਹਦੇ ਤੇ ਡਿਪੈਂਡ ਕਰਦੀ ਉਹਦੀ ਵੋਟ ਦੀ ਵੈਲਿਊ। ਸੋ ਦੂਜਾ ਕੁਐਸਚਨ ਹੈ, ਦ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼। ਇੰਡੀਆ ਦੇ ਪ੍ਰੈਜ਼ੀਡੈਂਟ ਕਿਸ ਚੀਜ਼ ਦੇ ਹੈਡ ਨੇ, ਉਹਨਾਂ ਕੋਲ ਕਿਹੜੇ ਆਫਿਸਿਸ ਦੀ ਸੁਪਰੀਮ ਪਾਵਰ ਹੈ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ D, ਸੁਪਰੀਮ ਕਮਾਂਡਰ ਆਫ ਡਿਫੈਂਸ ਫੋਰਸ ਆਫ ਯੂਨੀਅਨ ਐਂਡ ਐਗਜ਼ੀਕਿਊਟਿਵ ਹੈਡ ਆਫ ਦ ਯੂਨੀਅਨ। ਸੋ ਜਿਹੜੇ ਆਪਣੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਉਹ ਮਿਲਿਟਰੀ ਡਿਫੈਂਸ ਉਹਨੂੰ ਲੈ ਕੇ ਜਿੰਨੇ ਵੀ ਇੰਪੋਰਟੈਂਟ ਡਿਸੀਜਨ ਨੇ, ਸਭ ਤੋਂ ਸੁਪਰੀਮ ਮਤਲਬ ਕਿ ਨੰਬਰ 1 ਜਿਹੜੀ ਪਾਵਰ ਹੈ ਆਰਡਰ ਦੇਣ ਦੀ ਉਹ ਪ੍ਰੈਜ਼ੀਡੈਂਟ ਦੇ ਕੋਲ ਹੈ। ਤੇ ਨਾਲ ਹੀ ਆਪਣੇ ਦੇਸ਼ ਦੇ ਕਾਰਜਕਾਰੀ ਜਿਹੜਾ ਵਿਭਾਗ ਹੈ, ਐਗਜ਼ੀਕਿਊਟਿਵ ਜਿਹੜਾ ਹੈਡ ਐਗਜ਼ੀਕਿਊਟਿਵ ਏਰੀਆ ਹੈ, ਆਫਿਸ ਹੈ, ਉਹਦੇ ਵੀ ਇਹ ਹੈਡ ਨੇ। ਸੋ ਥਰਡ ਕੁਐਸਚਨ ਹੈ, ਦ ਪ੍ਰੈਜ਼ੀਡੈਂਟ ਕੈਨ ਬੀ ਰਿਮੂਵਡ ਬਾਈ ਵੇ ਆਫ ਇੰਪੀਚਮੈਂਟ ਵਿਚ ਕੈਨ ਬੀ ਮੇਡ ਓਨਲੀ। ਸੋ ਪ੍ਰੈਜ਼ੀਡੈਂਟ ਦੇ ਖਿਲਾਫ ਜੇ ਉਹਨਾਂ ਨੂੰ ਕਿਸੇ ਨੇ ਰਿਮੂਵ ਕਰਨਾ ਹੈ ਤਾਂ ਕੌਣ ਇੰਪੀਚਮੈਂਟ ਦਾ ਜਿਹੜਾ ਇੱਕ ਪ੍ਰੋਸੈਸ ਹੈ, ਉਹਨਾਂ ਦੇ ਆਫਿਸ ਤੋਂ ਉਹਨਾਂ ਨੂੰ ਰਿਮੂਵ ਕਰਨ ਦਾ ਇੱਕ ਪ੍ਰੋਸੈਸ ਹੈ, ਉਹ ਕੌਣ ਪਾਸ ਕਰੂਗਾ। ਸੋ ਇਹਦਾ ਆਨਸਰ ਹੈ ਆਪਸ਼ਨ C, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ। ਸੋ ਚੌਥਾ MCQ ਹੈ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਇਲੈਕਟਰਲ ਕਲਾਜ ਬਣਦਾ ਹੈ, ਮਤਲਬ ਕਿ ਜਿਹੜੀ VOTING ਹੁੰਦੀ ਹੈ, ਉਹਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਕੋਲ ਕਿੰਨੀ ਵੈਲਿਊ ਦੀ ਵੋਟ ਹੈ। ਆਪਾਂ ਨੇ ਪਹਿਲੇ ਕੁਐਸਚਨ ਵਿੱਚ ਸਿਰਫ ਲੋਕ ਸਭਾ ਦੇ ਮੈਂਬਰ ਦੀ VOTING ਦੀ ਗੱਲ ਕੀਤੀ ਸੀ, ਉਰੇ ਆਪਾਂ ਗੱਲ ਕਰ ਰਹੇ ਹਾਂ ਕਿ ਪੂਰੇ ਇਲੈਕਟਰਲ ਕਲਾਜ ਜਿਹੜੇ ਵੀ ਮੈਂਬਰਸ ਪ੍ਰੈਜ਼ੀਡੈਂਟ ਦੀ ਜਦੋਂ ਇਲੈਕਸ਼ਨ ਹੁੰਦੀਆਂ ਨੇ ਉਹਦੇ 'ਚ VOTING ਕਰਦੇ ਨੇ ਤਾਂ ਹਰ ਮੈਂਬਰ ਦੇ ਕੋਲ ਕਿਸ ਤਰ੍ਹਾਂ ਦੀ ਵੈਲਿਊ ਹੈ VOTING ਦੀ। ਸੋ ਇਹਦਾ ਆਨਸਰ ਹੈ ਆਪਸ਼ਨ D, 1 vote with value attached to it and he can give as many preferences as there are candidate। ਸੋ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਨ ਦੇ ਲਈ ਆਪਣੀ ਵੋਟ ਪਾਉਣ ਜਾਂਦਾ ਤਾਂ ਜਿਹੜੀ ਉਹਦੀ ਵੋਟ ਹੈ ਤਾਂ ਉਹਦੀ ਇੱਕ ਵੋਟ ਨੂੰ ਵੈਲਿਊ ਅਟੈਚ ਕੀਤੀ ਜਾਂਦੀ ਹੈ ਤੇ ਉਹਦੇ ਕੋਲ ਇਹ ਰਾਈਟ ਹੈ ਉਹ ਮੈਂਬਰ ਕੋਲ ਜਿਹੜਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਵੋਟ ਪਾਉਣ ਜਾਂਦਾ ਕਿ ਉਹ ਕਿੰਨੇ ਮਰਜ਼ੀ ਕੈਂਡੀਡੇਟ ਨੂੰ ਵੋਟ ਪਾ ਕੇ ਆਵੇ, ਕਿੰਨੀਆਂ ਮਰਜ਼ੀ ਉਹ ਪ੍ਰੈਫਰੈਂਸਿਸ ਦੇ ਦੇ ਵੀ ਮੈਂ ਨੰਬਰ 1 ਤੇ ਇਹਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦਾ, ਨੰਬਰ 2 ਤੇ ਇਹਨੂੰ, ਨੰਬਰ 3 ਤੇ ਇਹਨੂੰ। ਸੋ ਇਸ ਤਰ੍ਹਾਂ ਨਾਲ ਜਿਹੜਾ ਇਲੈਕਟਰਲ ਕੋਲਾਜ ਹੈ ਉਹਦੇ ਹਰ ਮੈਂਬਰ ਦੇ ਕੋਲ power है that he can give as many preferences as there are candidate। Fifth is who administers the oath of office to president। ਜਦੋਂ president elect ਹੋ ਜਾਂਦੇ ਨੇ ਆਪਣੇ office ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ਪਥ ਲੈਣੀ ਹੁੰਦੀ ਹੈ, ਇੱਕ ਸ਼ਪਥ ਸਮਾਰੋਹ ਹੁੰਦਾ ਹੈ ਤਾਂ ਉਹਨਾਂ ਨੂੰ ਸ਼ਪਥ ਕੌਣ ਦਿਵਾਉਂਦਾ, oath ਕੌਣ ਦਿਵਾਉਂਦਾ, ਚੀਫ ਜਸਟਿਸ ਆਫ ਇੰਡੀਆ, ਆਪਸ਼ਨ A। ਸੋ 6ਵਾਂ ਕੁਐਸਚਨ ਹੈ, an individual who is not a member of either house of parliament can be appointed a member of council of minister but he must become a member of either house within a period of। ਸੋ ਇਹਦਾ ਮਤਲਬ ਹੈ ਕਿ ਕੋਈ ਵੀ ਇਹੋ ਜਿਹਾ ਇਨਸਾਨ ਇੰਡੀਵਿਜੂਅਲ ਜਿਹੜਾ ਨਾ ਤਾਂ ਰਾਜ ਸਭਾ ਦਾ ਪਾਰਟ ਹੈ ਨਾ ਲੋਕ ਸਭਾ ਦਾ ਮੈਂਬਰ ਹੈ ਪਰ ਉਹ ਕਾਉਂਸਲ ਆਫ ਮਿਨਿਸਟਰ ਲਈ ਅਪਾਇੰਟ ਹੋ ਗਿਆ, ਸੋ ਜਦੋਂ ਉਹਦੀ ਅਪਾਇੰਟਮੈਂਟ ਹੋ ਗਈ ਤਾਂ ਉਹਦੇ ਕੋਲ ਕਿੰਨੇ ਟਾਈਮ ਦਾ ਸਮਾਂ ਹੈ ਜਿਹਦੇ ਅੰਦਰ ਉਹਨੂੰ ਦੋਨਾਂ ਚੋਂ ਕਿਸੇ ਵੀ ਇੱਕ ਹਾਊਸ ਦਾ ਮੈਂਬਰ ਬਣਨਾ ਪਊ। ਸੋ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਆਪਸ਼ਨ D, 6 month। ਸੋ 7ਵਾਂ ਕੁਐਸਚਨ ਹੈ, the 5-year term of president is calculated from। ਜਿਹੜਾ ਪ੍ਰੈਜ਼ੀਡੈਂਟ ਦੇ ਆਫਿਸ ਦਾ 5 ਸਾਲ ਦਾ ਸਮਾਂ ਹੈ ਉਹ ਕਿਸ ਟਾਈਮ ਤੋਂ ਕੈਲਕੂਲੇਟ ਹੋਣਾ ਸ਼ੁਰੂ ਹੋਊਗਾ। ਸੋ ਇਹਦਾ ਆਨਸਰ ਹੈ C, day he assumes charge। ਜਿਸ ਦਿਨ ਤੋਂ ਉਹਨਾਂ ਨੂੰ ਚਾਰਜ ਮਿਲ ਜਾਂਦਾ ਹੈ ਪ੍ਰੈਜ਼ੀਡੈਂਟ ਹੋਣ ਦਾ, ਉਸੇ ਦਿਨ ਤੋਂ ਉਹਨਾਂ ਦਾ 5 ਸਾਲ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਸੋ 8ਵਾਂ ਕੁਐਸਚਨ ਹੈ, in which of the following situation does the president act in his own discretion। ਇਹਨਾਂ ਵਿੱਚੋਂ ਕਿਹੜੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਦੇ ਨਾਲ ਡਿਸੀਜਨ ਲੈ ਸਕਦੇ ਨੇ। ਸੋ ਇਹਦਾ ਆਨਸਰ ਹੈ B,
in returning a proposal to Council of Minister for reconsideration। ਜੇ ਕਿਸੇ ਵੀ ਚੀਜ਼ ਦੇ ਉੱਤੇ ਕਿਸੇ ਮੁੱਦੇ ਉੱਤੇ ਉਹ ਚਾਹੁੰਦੇ ਨੇ ਵੀ ਜਿਹੜਾ ਕਾਉਂਸਲ ਹੈ ਮਿਨਿਸਟਰਸ ਦਾ ਉਹ ਦੁਬਾਰਾ ਤੋਂ ਸੋਚੇ, ਉਹ ਦੁਬਾਰਾ ਤੋਂ ਰੀਕਨਸੀਡਰ ਕਰੇ, ਸੋ ਉਸ ਟਾਈਮ ਉਹਨਾਂ ਕੋਲ ਡਿਸਕ੍ਰਿਸ਼ਨ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਉਸ ਪ੍ਰਪੋਜ਼ਲ ਨੂੰ ਰਿਟਰਨ ਕਰਕੇ ਕਾਉਂਸਲ ਆਫ ਮਿਨਿਸਟਰ ਦੇ ਕੋਲ ਭੇਜਣ। ਸੋ 9th ਕੁਐਸਚਨ ਹੈ ਕਿ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਇੰਡੀਆ ਦੇ ਵਿੱਚ ਘੱਟ ਤੋਂ ਘੱਟ ਕਿੰਨੇ ਸਾਲ ਦੀ ਉਮਰ ਹੈ। ਸੋ ਕਿੰਨੇ ਸਾਲ ਦਾ ਬੰਦਾ ਹੋਣਾ ਚਾਹੀਦਾ ਜਿਹੜਾ ਕਿ ਕੁਆਲੀਫਾਈ ਕਰਦਾ ਪ੍ਰਾਈਮ ਮਿਨਿਸਟਰ ਬਣਨ ਦੇ ਲਈ। ਸੋ ਇਹਦਾ ਸਹੀ ਆਨਸਰ ਹੈ ਮਿਨੀਮਮ ਏਜ ਕਿੰਨੀ ਹੈ 25 ਸਾਲ, ਆਪਸ਼ਨ ਏ। ਸੋ 10th question is which of the following appointment is not made by President of India। ਇਹਨਾਂ ਦੇ ਵਿੱਚੋਂ ਪ੍ਰੈਜ਼ੀਡੈਂਟ ਆਫ ਇੰਡੀਆ ਕਿਹਨੂੰ ਅਪਾਇੰਟ ਨਹੀਂ ਕਰਦੇ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਏ ਸਪੀਕਰ ਆਫ ਲੋਕ ਸਭਾ। ਸੋ ਪ੍ਰੈਜ਼ੀਡੈਂਟ ਜਿਹੜੇ ਇੰਡੀਆ ਦੇ ਉਹ ਬਾਕੀ ਇਹ ਤਿੰਨਾਂ ਨੂੰ ਅਪਾਇੰਟ ਕਰਦੇ ਨੇ, ਚੀਫ ਜਸਟਿਸ ਆਫ ਇੰਡੀਆ ਨੂੰ, 에ਅਰ ਫੋਰਸ ਦੇ ਚੀਫ ਨੂੰ, ਆਰਮੀ ਦੇ ਚੀਫ ਨੂੰ, ਪਰ ਉਹ ਲੋਕ ਸਭਾ ਦੇ ਸਪੀਕਰ ਨੂੰ ਅਪਾਇੰਟ ਨਹੀਂ ਕਰਦੇ। ਸੋ ਆਪਣਾ ਅਗਲਾ 11ਵਾਂ ਕੁਐਸਚਨ ਹੈ the power to grant pardon, reprieve, remission of punishment under Article 72 is exercised by the President of India। ਸੋ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਇੱਕ ਸਪੈਸ਼ਲ ਪਾਵਰ ਹੈ, ਇੱਕ ਸਪੈਸ਼ਲ ਰਾਈਟ ਹੈ ਆਰਟੀਕਲ 72 ਦੇ ਅੰਦਰ, ਜਿਹਦੇ ਵਿੱਚ ਕੀ ਕਿਸੇ ਨੂੰ ਵੀ ਉਹ ਜਿਵੇਂ ਕੋਈ ਸਜ਼ਾ ਹੈ, ਕੋਈ ਪਨਿਸ਼ਮੈਂਟ ਹੈ, ਉਹਨੂੰ ਪਾਰਡਨ ਦੇ ਸਕਦੇ ਨੇ, ਉਹਨੂੰ ਮਾਫੀ ਦੇ ਸਕਦੇ ਨੇ ਜਾਂ ਉਹਨੂੰ ਘਟਾ ਸਕਦੇ ਨੇ ਉਸ ਸਜ਼ਾ ਨੂੰ। ਸੋ ਜਿਹੜੀ ਇਹ ਪਾਵਰ ਉਹ ਯੂਜ਼ ਕਰਦੇ ਨੇ ਇਹ ਕਿਹਦੇ ਨਾਲ ਸਲਾਹ ਕਰਕੇ ਕਰਦੇ ਨੇ। ਸੋ ਇਹਦਾ ਆਨਸਰ ਹੈ ਸੀ ਔਨ ਦੀ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਸੋ ਕਾਉਂਸਲ ਆਫ ਮਿਨਿਸਟਰ ਦੇ ਨਾਲ ਸਲਾਹ ਕਰਕੇ ਉਹਨਾਂ ਦੀ ਐਡਵਾਈਸ ਲੈ ਕੇ, ਮੰਨਣਾ ਨਾ ਮੰਨਣਾ ਪ੍ਰੈਜ਼ੀਡੈਂਟ ਦੀ ਮਰਜ਼ੀ ਹੈ, ਬਟ ਸਿਰਫ ਐਡਵਾਈਸ ਲੈ ਕੇ ਕਾਉਂਸਲ ਆਫ ਮਿਨਿਸਟਰ ਦੀ ਉਹ ਇਹ ਡਿਸੀਜਨ ਲੈਂਦੇ। ਸੋ ਅਗਲਾ ਕੁਐਸਚਨ ਹੈ ਕਿਹੜੇ ਇਹੋ ਜਿਹੇ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਜਿਹੜੇ ਕਿ ਅਨਅਪੋਜ਼ਡ ਮਤਲਬ ਕਿ ਉਹਨਾਂ ਦੇ ਅਗੇਂਸਟ ਕੋਈ ਵੀ ਨਹੀਂ ਖੜਿਆ ਇਲੈਕਸ਼ਨ ਦੇ ਵਿੱਚ ਤੇ ਉਹ ਪ੍ਰੈਜ਼ੀਡੈਂਟ ਇਲੈਕਟ ਹੋਏ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਸੀ ਨੀਲਮ ਸੰਜੀਵਾ ਰੈਡੀ ਜੀ। So 13 is who act as the President of India when neither President nor Vice President is available। ਜਦੋਂ ਨਾ ਤਾਂ ਪ੍ਰੈਜ਼ੀਡੈਂਟ ਅਵੇਲੇਬਲ ਨੇ ਨਾ ਵਾਈਸ ਪ੍ਰੈਜ਼ੀਡੈਂਟ, ਤਾਂ ਦੇਸ਼ ਨੂੰ ਕੌਣ ਸੰਭਾਲਦਾ, ਕੌਣ ਐਗਜ਼ੀਕਿਊਟਿਵ ਹੈਡ ਬਣ ਜਾਂਦਾ ਹੈ। ਇਹਦਾ ਆਨਸਰ ਹੈ ਆਪਸ਼ਨ ਬੀ ਚੀਫ ਜਸਟਿਸ ਆਫ ਇੰਡੀਆ। So 14th MCQ is who among the following are appointed by President of India। ਇਹਨਾਂ ਦੇ ਵਿੱਚੋਂ ਕੌਣ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦੁਆਰਾ ਅਪਾਇੰਟ ਕੀਤੇ ਜਾਂਦੇ ਨੇ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਚੇਅਰਮੈਨ ਫਾਈਨੈਂਸ ਕਮਿਸ਼ਨ ਦੇ, ਪਲੈਨਿੰਗ ਕਮਿਸ਼ਨ ਦੇ ਡੈਪੂਟੀ ਚੇਅਰਮੈਨ। ਹੁਣ ਆਪਣੇ ਕੋਲ ਪਲੈਨਿੰਗ ਕਮਿਸ਼ਨ ਦੀ ਬਜਾਏ ਕੀ ਆ ਗਿਆ ਨੀਤੀ ਆਯੋਗ। ਸੋ 15th question ਹੈ when the vice president officiate as president he draws the salary of। ਜਦੋਂ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦੀ ਗੱਦੀ ਸੰਭਾਲਦੇ ਨੇ ਥੋੜੇ ਸਮੇਂ ਦੇ ਲਈ, ਜਿਵੇਂ ਪ੍ਰੈਜ਼ੀਡੈਂਟ ਅਵੇਲੇਬਲ ਨਹੀਂ ਹੈਗੇ ਤਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਪ੍ਰੈਜ਼ੀਡੈਂਟ ਦਾ ਕੰਮ ਕਰਦੇ ਨੇ। ਸੋ ਉਸ ਸਮੇਂ ਦੇ ਵਿੱਚ ਉਹ ਜਿਹੜੀ ਸੈਲਰੀ ਹੈ ਉਹ ਕਿਹੜੀ ਸੈਲਰੀ ਲੈਂਦੇ ਨੇ, ਉਹ ਪ੍ਰੈਜ਼ੀਡੈਂਟ ਦੀ ਸੈਲਰੀ ਲੈਂਦੇ ਨੇ। ਸੋ 16th question ਹੈ who has the authority to remove vice president from his office before expiry of term। ਸੋ ਕਿਸ ਦੇ ਕੋਲ ਇਹ ਹੱਕ ਹੈ ਜਾਂ ਅਧਿਕਾਰ ਹੈ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਮਾਂ ਹੈ ਆਫਿਸ ਦਾ ਉਹ ਐਕਸਪਾਇਰ ਹੋਣ ਤੋਂ ਪਹਿਲਾਂ ਰਿਮੂਵ ਕਰ ਸਕਣ, ਰਿਮੂਵਲ ਦੇ ਲਈ ਇੱਕ ਰੈਜ਼ੋਲੂਸ਼ਨ ਪਾਸ ਕਰ ਸਕਣ। ਸੋ ਇਹਦਾ ਆਨਸਰ ਹੈ ਆਪਸ਼ਨ ਸੀ ਲੋਕ ਸਭਾ। ਸੋ 17th is what function is specifically prescribed by constitution for vice president of India। ਕਿਹੜਾ ਇਹੋ ਜਿਹਾ ਇੱਕ ਫੰਕਸ਼ਨ ਹੈ, ਇੱਕ ਇਹੋ ਜਿਹਾ ਰੋਲ ਹੈ ਜਿਹੜਾ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਤੇ ਸਪੈਸ਼ਲੀ ਉਹ ਆਪਣੇ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਹੀ ਦਿੱਤਾ ਗਿਆ। ਸੋ ਉਹ ਰੋਲ ਹੈ ਚੇਅਰਮੈਨ ਆਫ ਰਾਜ ਸਭਾ ਦਾ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਉਹ ਐਕਸ ਆਫੀਸ਼ੀਓ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ, ਮਤਲਬ ਕਿ ਆਟੋਮੈਟਿਕਲੀ ਜੋ ਵਾਈਸ ਪ੍ਰੈਜ਼ੀਡੈਂਟ ਬਣੂ ਉਹੀ ਰਾਜ ਸਭਾ ਦਾ ਚੇਅਰਮੈਨ ਬਣ ਜੂ। ਸੋ 18ਵਾਂ MCQ ਹੈ which of the following groups take or takes part in the election of President of India। ਸੋ ਇਹਨਾਂ ਦੇ ਵਿੱਚੋਂ ਇਲੈਕਟਰਲ ਕੋਲਾਜ ਹੈ ਜਿਹੜਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਉਹਦਾ ਪਾਰਟ ਕੌਣ ਕੌਣ ਲੈਂਦਾ, ਕੌਣ ਕੌਣ ਹੈ ਜਿਹੜਾ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਵੋਟ ਕਰ ਸਕਦਾ ਹੈ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ
ਇਲੈਕਟਿਡ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਇਹਨਾਂ ਦੇ ਵਿੱਚੋਂ ਨਾ ਤਾਂ ਸਾਰੇ ਮੈਂਬਰ ਆਲ ਮੈਂਬਰ ਆਫ ਪਾਰਲੀਮੈਂਟ ਵੀ ਨਹੀਂ, ਆਲ ਮੈਂਬਰ ਆਫ ਸਟੇਟ ਲੈਜਿਸਲੇਟਿਵ ਵੀ ਨਹੀਂ, ਸਟੇਟ ਲੈਜਿਸਲੇਟਿਵ ਕਾਉਂਸਿਲ ਦੇ ਇਲੈਕਟਿਡ ਮੈਂਬਰ ਵੀ ਨਹੀਂ, ਸਿਰਫ ਔਰ ਸਿਰਫ ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਟਿਡ ਮੈਂਬਰ ਨੇ ਉਹੀ ਵੋਟ ਕਰ ਸਕਦੇ ਨੇ। ਸੋ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, you must remember this question. So 19th is ਇਹਨਾਂ ਦੇ ਵਿੱਚੋਂ ਕਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪੋਜੀਸ਼ਨ ਸੰਭਾਲੀ ਸੀ? he had acted as president of India. So ਸਹੀ ਆਨਸਰ ਹੈ M ਹਿਦਾਇਤੁੱਲਾ। So chief justice of India M ਹਿਦਾਇਤੁੱਲਾ, he has acted as president of India. So ਇਹ ਵੀ important question ਹੈ। 20th is who was the member of Rajya Sabha when first appointed as Prime Minister of India? ਇਹਨਾਂ ਦੇ ਵਿੱਚੋਂ ਕੌਣ ਰਾਜ ਸਭਾ ਦਾ ਮੈਂਬਰ ਸੀ ਜਦੋਂ ਉਹ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣੇ ਸੀ? ਸੋ ਇਹਦਾ ਸਹੀ ਆਨਸਰ ਹੈ ਇੰਦਰਾ ਗਾਂਧੀ ਜੀ। 21ਵਾਂ ਕੁਐਸਚਨ ਹੈ ਦ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਦੇ ਕੋਲ ਕਿਹੜੇ-ਕਿਹੜੇ ਚਾਰजेस ਨੇ, ਉਹਨਾਂ ਕੋਲ ਕਿਹੜੀਆਂ-ਕਿਹੜੀਆਂ ਪਾਵਰਸ ਨੇ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ may do all the above, मतलब कि ਇਹ ਸਾਰੀਆਂ ਚੀਜ਼ਾਂ ਪ੍ਰਾਈਮ ਮਿਨਿਸਟਰ ਨੇ ਜਿਹੜੇ ਇੰਡੀਆ ਦੇ ਉਹ ਕਰ ਸਕਦੇ ਨੇ। ਸੋ ਪ੍ਰਾਈਮ ਮਿਨਿਸਟਰ ਸਰਕਾਰ ਦੇ ਹੈਡ ਨੇ, ਇਹ ਲੀਡਰ ਨੇ ਲੋਕ ਸਭਾ ਦੇ, ਇਹ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਪੋਰਟਫੋਲੀਓਜ਼ ਨੂੰ ਵੀ ਚੇਂਜ ਕਰ ਸਕਦੇ ਨੇ ਆਪਣੀ ਮਰਜ਼ੀ ਦੇ ਨਾਲ। ਸੋ 22nd question is if a member of state wants to resign to whom he should address the letter of resignation? ਜੇ ਕੋਈ ਸਟੇਟ ਮਿਨਿਸਟਰ ਹੈ, if a minister of state ਕੋਈ ਆਪਣਾ ਜਿਵੇਂ ਪੰਜਾਬ ਦਾ ਕੋਈ ਮਿਨਿਸਟਰ ਹੈ ਉਹਨੇ ਆਪਣੀ ਰੈਜ਼ਿਗਨੇਸ਼ਨ ਦੇਣੀ ਹੈ, ਉਹਨੇ ਆਪਣੀ ਜਿਹੜੀ ਪੋਜੀਸ਼ਨ ਆਪਣੀ ਗੱਦੀ ਉਹ ਛੱਡਣੀ ਹੈ, ਤਾਂ ਕਿਹਨੂੰ ਆਪਣਾ ਲੈਟਰ ਲਿਖੂਗਾ ਰੈਜ਼ਿਗਨੇਸ਼ਨ ਦਾ? ਚੀਫ ਮਿਨਿਸਟਰ ਨੂੰ, ਆਪਸ਼ਨ ਏ। ਸੋ ਅਗਲਾ ਕੁਐਸਚਨ ਹੈ ਜਦੋਂ ਇੱਕ ਸਟੇਟ ਗਵਰਨਰ ਦੀ ਡੈਥ ਹੋ ਜਾਵੇ ਜਾਂ ਉਹ ਰੈਜ਼ਿਗਨੇਸ਼ਨ ਦੇ ਦੇਣ ਤਾਂ ਜਦੋਂ ਤੱਕ ਨਵੇਂ ਗਵਰਨਰ ਅਪਾਇੰਟ ਨਹੀਂ ਹੁੰਦੇ ਉਦੋਂ ਤੱਕ ਐਜ਼ ਗਵਰਨਰ ਕੌਣ ਫੰਕਸ਼ਨਸ ਐਕਸਰਸਾਈਜ਼ ਕਰੂਗਾ? ਚੀਫ ਜਸਟਿਸ ਆਫ ਹਾਈ ਕੋਰਟ, option C. So 24th question is chief minister of a state is responsible, ਜਿਹੜੇ ਆਪਣੇ ਮੁੱਖ ਮੰਤਰੀ ਹੁੰਦੇ ਨੇ ਕਿਸੇ ਵੀ ਸਟੇਟ ਦੇ, ਉਹ ਕਿਸ ਚੀਜ਼ ਨੂੰ, ਉਹ ਕਿਹੜੀ ਬਾਡੀ ਨੂੰ, ਕਿਹੜੇ ਆਫੀਸਰ ਨੂੰ, ਆਪਣੇ ਤੋਂ ਉੱਤੇ ਵਾਲੇ ਨੂੰ, ਆਫੀਸ਼ੀਅਲ ਨੂੰ ਰਿਸਪੌਂਸਿਬਲ ਨੇ, ਕਿਹਨੂੰ ਜਵਾਬਦੇਹੀ ਨੇ? ਗਵਰਨਰ ਨੂੰ। So option A, chief minister of a state is responsible to governor. 25th is who is the longest serving chief minister of India? ਅੱਜ ਤੱਕ ਦੇ ਇੰਡੀਆ ਦੇ ਸਭ ਤੋਂ ਜ਼ਿਆਦਾ ਲੰਬੇ ਸਮੇਂ ਲਈ ਮੁੱਖ ਮੰਤਰੀ ਕੌਣ ਬਣੇ? ਜੋਤੀ ਬਾਸੂ ਜੀ, ਆਪਸ਼ਨ ਡੀ। ਸੋ 26th is the governor is appointed by the, ਗਵਰਨਰ ਨੂੰ ਕੌਣ ਅਪਾਇੰਟ ਕਰਦਾ ਹੈ? ਸੋ ਇਹਦਾ ਸਹੀ ਆਨਸਰ ਹੈ ਪ੍ਰੈਜ਼ੀਡੈਂਟ। ਇਹ ਕੁਐਸਚਨ ਆਲਮੋਸਟ ਹਰ ਐਗਜ਼ਾਮ ਦੇ ਵਿੱਚ ਆਉਂਦਾ ਹੀ ਆਉਂਦਾ। ਸੋ ਗਵਰਨਰ ਨੂੰ ਕੌਣ ਅਪਾਇੰਟ ਕਰਦਾ ਹੈ? ਪ੍ਰੈਜ਼ੀਡੈਂਟ। 27th the state of Jammu and Kashmir was accorded special status. ਸੋ ਇਹ ਬਹੁਤ ਹੀ ਜ਼ਿਆਦਾ ਆਪਣਾ ਇੰਪੋਰਟੈਂਟ ਕਰੰਟ ਅਫੇਅਰ ਵੀ ਬਣਦਾ ਹੈ ਤੇ ਇੰਪੋਰਟੈਂਟ ਪੋਲਿਟੀ ਕਨਸਟੀਟਿਊਸ਼ਨਲ ਲਾਅ ਦਾ ਵੀ ਇੱਕ ਮੇਨ ਕੁਐਸਚਨ ਹੈ। ਸੋ ਇਹਦਾ ਆਨਸਰ ਹੈ ਆਪਸ਼ਨ ਬੀ। ਜਿਹੜਾ ਆਰਟੀਕਲ 370 ਹੈ ਕਨਸਟੀਟਿਊਸ਼ਨ ਦਾ, ਇਹ ਨਿਊਜ਼ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਆਇਆ ਸੀ ਕਿਉਂਕਿ ਹੁਣ ਇਹਨੂੰ ਹਟਾ ਦਿੱਤਾ ਗਿਆ। ਜਿਹੜਾ ਜੰਮੂ ਐਂਡ ਕਸ਼ਮੀਰ ਨੂੰ ਇੱਕ ਸਪੈਸ਼ਲ ਸਟੇਟਸ ਦਿੱਤਾ ਗਿਆ ਸੀ ਆਰਟੀਕਲ 370 ਦੇ ਅੰਦਰ, ਉਹ ਹੁਣ ਹਟਾਤਾ ਹੈ, ਪਰ ਆਪਾਂ ਨੇ ਯਾਦ ਕੀ ਰੱਖਣਾ ਹੈ ਕਿ ਕਿਹੜੇ ਆਰਟੀਕਲ ਦੇ ਅੰਦਰ ਸਪੈਸ਼ਲ ਸਟੇਟਸ ਅਕੋਰਡ ਹੋਇਆ ਸੀ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਆਰਟੀਕਲ 370। ਸੋ 28th question is what do you understand by dual role of governor? ਸੋ ਗਵਰਨਰ ਦੇ ਤੁਸੀਂ ਡਬਲ ਰੋਲ ਤੋਂ ਕੀ ਸਮਝਦੇ ਹੋ? ਸੋ ਇਹਦਾ ਆਨਸਰ ਹੈ ਕਨਸਟੀਟਿਊਸ਼ਨਲ ਰੂਲਰ ਐਂਡ ਏਜੰਟ ਆਫ ਸੈਂਟਰ। ਸੋ ਇਹ ਕਨਸਟੀਟਿਊਸ਼ਨ ਦੇ ਰੂਲਰ ਵੀ ਨੇ, ਇਹ ਸੰਵਿਧਾਨ ਨੇ ਆਪਾਂ ਨੂੰ ਜਿਹੜੇ ਪ੍ਰੋਵਾਈਡ ਕਰਵਾਏ ਨੇ ਸਪੈਸ਼ਲੀ ਮੈਂਸ਼ਨ ਕਰਕੇ ਕਿ ਇੱਕ ਸਟੇਟ ਨੂੰ ਕੌਣ ਚਲਾਊਗਾ, ਮੇਨ ਐਗਜ਼ੈਕਟਿਵ ਹੈਡ ਸਟੇਟ ਦਾ ਕੌਣ ਹੈ? ਗਵਰਨਰ, ਤੇ ਨਾਲ ਹੀ ਇਹ ਸੈਂਟਰ ਦੇ ਵੀ ਏਜੰਟ ਨੇ। ਸੋ ਇਹ ਸੈਂਟਰ ਦੇ ਬਿਹਾਫ ਤੇ ਇੱਕ ਤਰ੍ਹਾਂ ਨਾਲ ਸਟੇਟਸ ਨੂੰ ਹੈਡ ਕਰਦੇ ਨੇ। ਸੋ 29ਵਾਂ ਹੈ ਚੀਫ ਮਿਨਿਸਟਰ ਆਫ ਆਲ ਸਟੇਟਸ ਆਰ ਐਕਸ ਓਫੀਸ਼ੀਓ ਮੈਂਬਰਸ ਆਫ, ਜਿਹੜੇ ਸਾਰੀਆਂ ਸਟੇਟਸ ਦੇ ਮੁੱਖ ਮੰਤਰੀ ਨੇ ਉਹ ਆਟੋਮੈਟਿਕਲੀ ਕਿਹੜੇ ਕਾਉਂਸਲ, ਕਿਹੜੇ ਕਮਿਸ਼ਨ ਦੇ ਮੈਂਬਰ ਬਣ ਜਾਂਦੇ ਨੇ? ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੇ, NDC ਦੇ। ਸੋ ਆਪਣਾ ਅੱਜ ਦਾ ਲਾਸਟ ਇੰਪੋਰਟੈਂਟ MCQ ਹੈ 30th
ਜਿਹੜੀ ਗਵਰਨਰ ਦੀ ਸੈਲਰੀ ਹੈ, ਅਲਾਊਂਸ ਹੈ, ਉਹ ਕਿਹੜੇ ਫੰਡ ਦੇ ਵਿੱਚੋਂ ਨਿਕਲਦੇ ਨੇ? ਸੋ ਉਹ ਆਪਸ਼ਨ A ਕੰਸੋਲੀਡੇਟਡ ਫੰਡ ਜਿਹੜਾ ਕਿ ਸਟੇਟ ਦਾ ਹੈ ਉਹਦੇ ਵਿੱਚੋਂ ਚਾਰਜ ਕੀਤੇ ਜਾਂਦੇ ਨੇ। ਸੋ ਇਹ ਸਾਰੇ ਮੈਂ ਕੰਪਾਈਲਡ ਫਾਰਮ ਦੇ ਵਿੱਚ ਤੁਹਾਨੂੰ ਆਨਸਰਸ ਵੀ ਪ੍ਰੋਵਾਈਡ ਕੀਤੇ ਨੇ ਸੋ ਦੈਟ ਜੇ ਤੁਸੀਂ PDF ਲੈਣੇ ਹੋ ਤਾਂ ਤੁਹਾਨੂੰ ਪ੍ਰੋਬਲਮ ਨਾ ਆਵੇ ਤੇ ਤੁਹਾਡੇ ਕੋਲ ਇੱਕ ਜਗ੍ਹਾ ਤੇ ਸਾਰੇ ਆਨਸਰਸ ਹੋਣ। ਸੋ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ। Please do like, share, comment and subscribe to my YouTube channel Victor's Knowledge. Thank you and good luck for all the upcoming exams.